ਹੈਲੋ ਸਟੂਡੈਂਟਸ। ਜਿਸ ਤਰ੍ਹਾਂ ਆਪਾਂ ਪਿਛਲੀ ਕਲਾਸ ਦੇ ਵਿੱਚ ਪੰਜਾਬੀ ਵਿਰਸਾ ਸ਼ੁਰੂ ਕੀਤਾ ਸੀ ਵਾਰਤਕ ਭਾਗ ਦਾ, ਜਿਸ ਨੂੰ ਕਿ ਹਰਕੇਸ਼ ਸਿੰਘ ਕਹਿਲ ਨੇ ਲਿਖਿਆ ਸੀ, ਅਤੇ ਪੰਜਾਬੀ ਵਿਰਸਾ ਦੇ ਵਿੱਚੋਂ ਅਸੀਂ ਸਰੋਂ ਦੇ ਸਾਗ ਬਾਰੇ ਪੜ੍ਹਿਆ ਸੀ। ਸਰੋਂ ਦਾ ਸਾਗ ਜਿਹੜਾ ਕਿ ਸਰੋਂ ਦੇ ਹਰੇ ਪੱਤੇ ਅਤੇ ਗੰਧਲਾਂ ਨੂੰ ਛਿਲ ਸਵਾਰ ਕੇ ਬਣਾਇਆ ਜਾਂਦਾ ਹੈ, ਅਤੇ ਇਸ ਨੂੰ ਦੱਸਿਆ ਸੀ ਵੀ ਪਹਿਲਾਂ ਪੁਰਾਣੇ ਪੰਜਾਬ ਦੇ ਵਿੱਚ ਪਹਿਲਾਂ ਇਸ ਨੂੰ ਕਿਸ ਤਰ੍ਹਾਂ ਬਣਾਉਂਦੇ ਸੀ, ਪਰੰਤੂ ਅੱਜ ਸਮੇਂ ਦੀ ਕਮੀ ਹੋਣ ਦੇ ਕਾਰਨ ਅੱਜ ਦੀਆਂ ਔਰਤਾਂ ਜਿਹੜੀਆਂ ਸਾਗ ਜ਼ਿਆਦਾ ਬਣਾਉਂਦੀਆਂ ਨਹੀਂ ਜਾਂ ਇਹਦੇ ਬਣਾਉਣ ਦੇ ਢੰਗ ਬਦਲ ਗਏ ਹਨ, ਜਿਸ ਦੇ ਕਾਰਨ ਇਸ ਦੇ ਵਿੱਚ ਜਿਹੜਾ ਪੌਸ਼ਟਿਕਤਾ ਦੀ ਬਿਲਕੁਲ ਖਤਮ ਹੋ ਰਹੀ ਹੈ। ਇਸ ਤੋਂ ਬਾਅਦ ਆਪਾਂ ਪੜ੍ਹਿਆ ਸੀ ਜੰਡ। ਜੰਡ ਕੀ ਇੱਕ ਦਰਖਤ ਹੈ। ਦਰਖਤ ਦਾ ਨਾਮ ਹੈ, ਇੱਕ ਰੁੱਖ ਦਾ ਨਾਮ ਹੈ, ਜਿਹੜਾ ਕਿ ਜ਼ਿਆਦਾਤਰ ਖੁਸ਼ਕ ਇਲਾਕਿਆਂ ਵਿੱਚ, ਰੇਤਲੀ ਅਤੇ ਖੁਸ਼ਕ ਜ਼ਮੀਨਾਂ ਵਿੱਚ ਹੁੰਦਾ ਹੈ। ਅਤੇ ਇਸ ਦੀ ਮਹੱਤਤਾ ਬਾਰੇ ਪੜ੍ਹਿਆ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਵੀ ਗਏ ਯੁੱਧ ਕਰਨ ਦੇ ਲਈ, ਤਾਂ ਜਿਨ੍ਹਾਂ ਥਾਵਾਂ 'ਤੇ ਵੀ ਉਹਨਾਂ ਨੇ ਜਿਹੜੇ ਦਰਖਤ ਥੱਲੇ ਆਰਾਮ ਕੀਤਾ, ਉਹਨਾਂ ਨੇ ਹਮੇਸ਼ਾ ਜੰਡ ਦੇ ਦਰਖਤ ਥੱਲੇ ਆਰਾਮ ਕੀਤਾ ਅਤੇ ਜੰਡ ਦੇ ਦਰਖਤ ਦੇ ਨਾਲ ਹੀ ਆਪਣਾ ਘੋੜਾ ਬੰਨ੍ਹਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਪਹਿਲਾਂ ਵਾਲੇ ਜ਼ਮਾਨੇ ਦੇ ਵਿੱਚ ਜੰਡ ਦਾ ਦਰਖਤ ਆਮ ਹੀ ਹੁੰਦਾ ਸੀ। ਪਰੰਤੂ ਸਮਾਂ ਪਾਉਂਦੇ ਹੋਏ ਜਿਵੇਂ ਜਿਹੜੀਆਂ ਜ਼ਮੀਨਾਂ ਵੈ ਉਹ ਘੱਟਦੀਆਂ ਜਾਂਦੀਆਂ ਹਨ, ਲੋਕਾਂ ਦੀ ਜਿਹੜੀ ਗਿਣਤੀ ਹੈ ਜ਼ਿਆਦਾ ਵੱਧ ਗਈ ਹੈ, ਅਤੇ ਲੋਕਾਂ ਨੇ ਜੰਗਲਾਂ ਨੂੰ ਕੱਟ ਕੇ ਉੱਥੇ ਆਪਣੇ ਮਕਾਨ ਬਣਾਉਣੇ ਸ਼ੁਰੂ ਕਰਤੇ ਹਨ, ਜਿਸ ਦੇ ਕਾਰਨ ਜੰਡ ਦਾ ਦਰਖਤ ਲਗਭਗ ਅਲੋਪ ਹੀ ਹੋ ਗਿਆ ਹੈ। ਅੱਜ ਆਪਾਂ ਤੀਸਰੀ ਪੰਜਾਬੀ ਵਿਰਸੇ ਬਾਰੇ ਗੱਲ ਕਰਾਂਗੇ, ਸੱਗੀ। ਇਹ ਬਹੁਤ ਘੱਟ ਬੱਚਿਆਂ ਨੂੰ ਪਤਾ ਹੋਣਾ ਵੀ ਸੱਗੀ ਕੀ ਚੀਜ਼ ਹੁੰਦੀ ਹੈ। ਸੱਗੀ ਇੱਕ ਗਹਿਣਾ ਹੈ ਜਿਸ ਨੂੰ ਔਰਤ ਆਪਣੇ ਵਾਲਾਂ ਦੇ ਉੱਪਰ ਲਗਾਉਂਦੀ ਹੈ। ਅੱਜ ਆਪਾਂ ਸੱਗੀ ਬਾਰੇ ਪੜ੍ਹਾਂਗੇ। ਸੱਗੀ ਔਰਤਾਂ ਦੇ ਇੱਕ ਗਹਿਣੇ ਦਾ ਨਾਮ ਹੈ। ਦੇਖੋ, ਪ੍ਰਸ਼ਨ ਆ ਸਕਦਾ ਹੈ, ਇੱਕ ਲਾਈਨ ਨੂੰ ਅਸੀਂ ਧਿਆਨ ਨਾਲ ਪੜ੍ਹਨਾ, ਉਹਦੇ ਵਿੱਚੋਂ ਪੁੱਛਿਆ ਸਕਦਾ ਸੱਗੀ ਕੀ ਚੀਜ਼ ਹੈ। ਸੱਗੀ ਕੀ ਹੈ? ਔਰਤਾਂ ਦੇ ਇੱਕ ਗਹਿਣੇ ਦਾ ਨਾਮ ਹੈ। ਇਹ ਗਹਿਣਾ ਔਰਤਾਂ ਆਪਣੇ ਸਿਰ ਦੇ ਵਾਲਾਂ ਵਿੱਚ ਗੁੰਨਦੀਆਂ ਹਨ। ਇਹਨੂੰ ਸਿਰ ਦੇ ਵਾਲਾਂ ਉੱਤੇ ਅੱਜ ਕੱਲ੍ਹ ਤਾਂ ਮਤਲਬ ਇਹ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ। ਅੱਗੇ ਜਿਹੜੀ ਵਿਆਹੀ ਹੋਈ ਔਰਤ ਉਹ ਜਦੋਂ ਵੀ ਕਿਤੇ ਜਾਂਦੀ ਸੀ ਤਾਂ ਸੱਗੀ ਫੁੱਲ ਦਾ ਇਸਤੇਮਾਲ ਕਰਦੀ ਸੀ। ਇਸ ਦਾ ਦੂਜਾ ਨਾਮ, ਇਸ ਨੂੰ ਕੀ ਕਹਿੰਦੇ, ਚੌਂਕ ਵੀ ਹੈ। ਦੇਖੋ, ਸੱਗੀ ਦਾ ਦੂਜਾ ਨਾਮ ਕੀ ਹੈ? ਚੌਂਕ। ਸੱਗੀ ਨੂੰ ਚੌਂਕ ਵੀ ਕਿਹਾ ਜਾਂਦਾ ਹੈ। ਇਹ ਗਹਿਣਾ ਜ਼ਿਆਦਾਤਰ ਵਿਆਹ ਦੇ ਸਮੇਂ ਪਹਿਨਿਆ ਜਾਂਦਾ ਹੈ। ਜਦੋਂ ਵਿਆਹੀਆਂ ਹੋਈਆਂ ਔਰਤਾਂ, ਅੱਜ ਕੱਲ੍ਹ ਤਾਂ ਵਾਲ ਖੁੱਲ੍ਹੇ ਹੁੰਦੇ ਆ, ਅੱਜ ਕੱਲ੍ਹ ਦੇ ਜਿਹੜੇ ਫੈਸ਼ਨ ਹੈ ਪੁਰਾਣੇ ਜ਼ਮਾਨੇ ਨਾਲੋਂ ਬਿਲਕੁਲ ਹੀ ਬਦਲ ਗਏ ਹਨ। ਅੱਗੇ ਸੀ ਵਿਆਹੀਆਂ ਔਰਤਾਂ, ਜਿਹੜੀ ਪਹਿਚਾਣ ਕਿੱਥੋਂ ਹੁੰਦੀ ਸੀ ਵਿਆਹੀਆਂ ਔਰਤਾਂ ਦੀ, ਕਿ ਉਹਨਾਂ ਦੇ ਸਿਰ 'ਤੇ ਸੱਗੀ ਫੁੱਲ ਇੱਕ ਗਹਿਣਾ ਹੁੰਦਾ ਸੀ, ਉਹ ਪਾਇਆ ਜਾਂਦਾ ਸੀ। ਸੱਗੀ ਜ਼ਿਆਦਾ ਫੁੱਲਾਂ ਨਾਲ ਪਾਈ ਜਾਂਦੀ ਸੀ, ਪਰ ਕਈ ਵਾਰ ਔਰਤਾਂ ਸੱਗੀ ਇਕੱਲੀ ਵੀ ਪਾ ਲੈਂਦੇ ਸਨ। ਇਹ ਫੁੱਲਾਂ ਦੇ ਨਾਲ ਗੁੰਨ ਕੇ ਪਾਈ ਜਾਂਦੀ ਸੀ। ਸੱਗੀ ਦੀ ਸ਼ਕਲ ਤੁਹਾਨੂੰ ਦਿਖਾਉਂਦੇ ਹਾਂ। ਸੱਗੀ ਇਸ ਤਰ੍ਹਾਂ ਦੀ ਹੁੰਦੀ ਹੈ, ਜਿਹੜੇ ਕਿ ਅੱਜ ਕੱਲ੍ਹ ਜਿਹੜੇ ਬੱਚੇ ਹੈਗੇ ਆ, ਗਿੱਧਾ ਜਦੋਂ ਹੁੰਦਾ ਗਿੱਧੇ ਵੇਲੇ ਪਾਉਂਦੇ ਹਨ ਨਕਲੀ, ਪਰੰਤੂ ਅੱਗੇ ਔਰਤਾਂ ਦੇ ਕੋਲ ਇਹ ਸੋਨੇ ਦਾ ਗਹਿਣਾ ਹੁੰਦਾ ਸੀ, ਜਿਸ ਨੂੰ ਕਿ ਉਹ ਵਿਆਹ ਸ਼ਾਦੀਆਂ ਦੇ ਵਿੱਚ ਇਹ ਇੱਕ ਸ਼ਿੰਗਾਰ ਸਮਝਿਆ ਜਾਂਦਾ ਸੀ। ਪਹਿਲਾਂ ਸਮਿਆਂ ਵਿੱਚ ਜਦੋਂ ਗਰੀਬ ਵਸੋਂ ਲੋਕਾਂ ਦੀ ਆਰਥਿਕ ਹਾਲਤ ਬਹੁਤ ਚੰਗੀ ਨਹੀਂ ਹੁੰਦੀ ਸੀ, ਤਾਂ ਉਸ ਸਮੇਂ ਹਰ ਪਰਿਵਾਰ ਸੱਗੀ ਪਾਉਣ ਦੇ ਸਮਰੱਥ ਨਹੀਂ ਸੀ। ਪਹਿਲਾਂ ਕਿਉਂਕਿ ਗਰੀਬੀ ਵੀ ਜ਼ਿਆਦਾ ਸੀ, ਤਾਂ ਲੋਕ ਜਿਹੜੇ ਸੀਗੇ, ਜਿਹੜੇ ਅਮੀਰ ਲੋਕ ਸੀਗੇ, ਅਮੀਰ ਘਰ ਦੇ ਪਰਿਵਾਰ ਹੀ ਉਹ ਸੱਗੀ ਪਾ ਸਕਦੇ ਸਨ, ਕਿਉਂਕਿ ਹਰੇਕ ਘਰ ਦੇ ਵਿੱਚ ਸਮਰੱਥਾ ਨਹੀਂ ਹੁੰਦੀ ਸੀ ਕਿ ਸੋਨੇ ਦੀ ਸੱਗੀ ਫੁੱਲ ਖਰੀਦ ਲੈਣ। ਸੱਗੀ ਦੀ ਸ਼ਕਲ ਕਿਵੇਂ? ਸੱਗੀ ਦੀ ਸ਼ਕਲ ਆਮ ਤੌਰ 'ਤੇ ਮੁੱਧੀ ਠੁੱਠੀ ਜਿਵੇਂ ਖੋਪਾ ਨਹੀਂ ਹੁੰਦਾ ਗਾ, ਉਹਦੇ ਵਰਗੀ ਹੁੰਦੀ ਹੈ, ਜਿਵੇਂ ਅੱਧ ਤੋੜੀ ਹੋਈ ਠੁੱਠੀ ਹੁੰਦੀ ਹੈ, ਜਿਸ ਦੇ ਉੱਪਰ ਇੱਕ ਨਿੱਕੀ ਜਿਹੀ ਲੰਬੀ ਲੱਗੀ ਹੁੰਦੀ ਸੀ, ਜਿਸ ਵਿੱਚ ਇੱਕ ਨਗ ਜੜਿਆ ਹੁੰਦਾ ਸੀ। ਦੇਖੋ ਇਹਦੀ ਸ਼ਕਲ ਫਿਰ ਦਿਖਾਉਂਦੀ ਹੈ। ਆਹ ਜਿਸ ਤਰ੍ਹਾਂ ਖੋਪੇ ਦੀ ਠੁੱਠੀ ਹੁੰਦੀ ਹੈ, ਉਹਦੇ ਵਰਗੀ ਸ਼ਕਲ। ਇਹਦੇ ਵਿੱਚ ਇੱਕ ਲੰਬੀ ਲੱਗੀ ਹੋਈ ਹੈ, ਲੰਬੀ ਦੇ ਵਿੱਚ ਇੱਕ ਨਗ ਜੜਿਆ ਹੋਇਆ। ਇਹਦੇ ਉੱਪਰ ਜਿਹੜੀ ਹੈ ਇਹਨੂੰ ਕੀ ਕਹਿੰਦੇ, ਲੰਬੀ, ਉਹਦੇ ਵਿੱਚ ਇੱਕ ਨਗ ਜੜਿਆ ਹੁੰਦਾ ਸੀ। ਸੱਗੀ ਦਾ ਅੰਦਰਲਾ ਹਿੱਸਾ ਦੇਖੋ, ਹੁਣ ਬਾਹਰੋਂ ਤਾਂ ਇਹ ਜਿਹੜਾ ਹੈਗਾ ਉਹ ਸੋਨੇ ਵਰਗਾ ਲੱਗਦਾ, ਪਰੰਤੂ ਅੰਦਰੋਂ ਕਿਸੇ ਇਹ ਚਾਂਦੀ ਦੀ ਧਾਤ ਦਾ ਬਣਿਆ ਹੁੰਦਾ ਸੀ। ਇਸ ਦੇ ਉੱਪਰਲੇ ਹਿੱਸੇ ਉੱਪਰ ਲਾਖ ਲਾ ਕੇ ਸੋਨੇ ਦੇ ਪੱਤਰੇ ਉੱਪਰ ਮੀਨਾਕਾਰੀ ਕੀਤੀ ਹੁੰਦੀ ਸੀ। ਇਹਦੇ ਉੱਪਰ ਕੀ, ਪਹਿਲੇ ਚਾਂਦੀ ਦਾ ਹੁੰਦਾ ਸਾਰਾ, ਅੰਦਰੋਂ ਚਾਂਦੀ ਦਾ, ਉੱਪਰ ਕੀ ਲਾਖ ਲਾ ਕੇ ਸੋਨੇ ਦੇ ਪੱਤਰੇ ਨਾਲ ਇਹਦੀ ਕਢਾਈ ਕੀਤੀ ਜਾਂਦੀ ਹੈ, ਮੀਨਾਕਾਰੀ ਕੀਤੀ ਜਾਂਦੀ ਹੈ। ਸੱਗੀ ਦੇ ਅੰਦਰਲੇ ਪਾਸੇ ਇੱਕ ਕੁੰਡਾ ਲੱਗਿਆ ਹੁੰਦਾ ਹੈ, ਇਹਦੇ ਅੰਦਰ ਇੱਕ ਕੁੰਡਾ ਲੱਗਿਆ ਹੁੰਦਾ ਹੈ, ਅਤੇ ਇਸ ਕੁੰਡੇ ਵਿੱਚੋਂ ਦੀ ਪਰਾਂਦਾ ਲੰਘਾ ਕੇ ਮਿੱਡੀਆਂ ਕਰਕੇ ਸੱਗੀ ਗੁੰਦੀ ਜਾਂਦੀ ਸੀ। ਉਪਰੋਕਤ ਸਾਰੇ ਲੇਖ ਦਾ ਤੱਤ ਸਾਰੇ ਹੈ ਕਿ ਜਿਹੜਾ ਪੁਰਾਣੀਆਂ ਚੀਜ਼ਾਂ ਜਿਹੜੀਆਂ ਹੁਣ ਹੌਲੀ ਹੌਲੀ ਖਤਮ ਹੁੰਦੀਆਂ ਜਾ ਰਹੀਆਂ ਹਨ। ਅੱਜ ਕੱਲ੍ਹ ਤਾਂ ਸਾਦੇ ਪੁੱਜਦੇ ਘਰ ਕੀ, ਅੱਜ ਕੱਲ੍ਹ ਤੁਸੀਂ ਵਿਆਹ ਸ਼ਾਦੀਆਂ ਵਿੱਚ ਔਰਤਾਂ ਦੇਖ ਲਓ, ਪਤਾ ਹੀ ਨਹੀਂ ਚੱਲਦਾ ਵੀ ਇਹ ਵਿਆਹੀ ਹੋਈ ਹੈ ਜਾਂ ਕੁਆਰੀ ਹੋਈ ਔਰਤ ਹੈ। ਅੱਜ ਕੱਲ੍ਹ ਦੋਨਾਂ ਦੀ ਬਰਾਬਰੀ ਜਿਹੜੀ ਹੈ ਖਤਮ ਹੋ ਗਈ ਹੈ। ਅੱਗੇ ਦੂਰੋਂ ਹੀ ਪਹਿਚਾਣ 'ਚ ਆ ਜਾਂਦਾ ਸੀ ਇਹ ਔਰਤ ਵਿਆਹੀ ਹੋਈ ਹੈ, ਕਿਉਂਕਿ ਵਿਆਹੀ ਹੋਈ ਔਰਤ ਦਾ ਸ਼ਿੰਗਾਰ ਕੁਆਰੀ ਔਰਤ ਦੇ ਸ਼ਿੰਗਾਰ ਨਾਲੋਂ ਵੱਖਰਾ ਹੁੰਦਾ ਸੀ। ਹੁਣ ਇਸ ਬਾਰੇ ਆਪਾਂ ਵਿਸ਼ੇਸ਼ ਟਿੱਪਣੀ ਪੜ੍ਹਾਂਗੇ ਪਾਠ ਬਾਰੇ। ਹਰਨੇਕ ਸਿੰਘ ਕਹਿਲ ਜਿਹੜੀ ਹੈ, ਉਪਰੋਕਤ ਪਾਠ ਵਿੱਚ
ਆਪ ਜੀ ਨੇ 3 ਚੀਜ਼ਾਂ ਦੀ ਪੰਜਾਬੀ ਵਿਰਸਾ ਦੀ ਕਿਹੜੀ ਚੀਜ਼ਾਂ ਦੀ ਗੱਲ ਕੀਤੀ ਹੈ? ਸਰੋਂ ਦਾ ਸਾਗ, ਜਿਸ ਨੂੰ ਕਿ ਅੱਜ ਵੀ ਸਾਰੇ ਜਾਣਦੇ ਹੋਣਗੇ। ਜੰਡ, ਜਿਹੜਾ ਕਿ ਹੁਣ ਅਲੋਪ ਹੁੰਦਾ ਜਾ ਰਿਹਾ। ਜੰਡ ਕੀ ਇੱਕ ਦਰਖਤ ਦਾ ਨਾਮ। ਅਤੇ ਸੱਗੀ ਕੀ ਹੈ? ਔਰਤਾਂ ਦੇ ਸਿਰ 'ਤੇ ਪਾਉਣ ਵਾਲਾ ਸ਼ਿੰਗਾਰ ਹੈ, ਇੱਕ ਗਹਿਣਾ ਹੈ, ਬਾਰੇ ਵਿਸਥਾਰ ਸਹਿਤ ਸਮਝਾਇਆ ਗਿਆ ਹੈ। ਪੰਜਾਬੀ ਵਿਰਸੇ ਨਾਲ ਸੰਬੰਧਿਤ ਮਹੱਤਵਪੂਰਨ ਪੱਖਾਂ ਦੀ ਜਾਣਕਾਰੀ ਇਹਨਾਂ ਲੇਖਾਂ ਵਿੱਚ ਦਿੱਤੀ ਗਈ ਹੈ। ਇਹਨਾਂ 3 ਜਿਹੜੇ ਪੰਜਾਬੀ ਇਹ ਮਹੱਤਵਪੂਰਨ ਹੈਗੇ ਹੈ ਪੱਖ, ਸਰੋਂ ਦਾ ਸਾਗ, ਜੰਡ ਦਾ ਰੁੱਖ ਅਤੇ ਸੱਗੀ ਗਹਿਣਾ, ਇਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤੁਸੀਂ ਧਿਆਨ ਨਾਲ ਇਹਨਾਂ ਦੀ ਜਾਣਕਾਰੀ ਨੂੰ ਪੜ੍ਹਨਾ ਹੈ ਤਾਂ ਕਿ ਤੁਹਾਨੂੰ ਪੰਜਾਬੀ ਵਿਰਸੇ ਬਾਰੇ ਪਹਿਚਾਣ ਹੋਵੇ। ਸਰੋਂ ਦਾ ਸਾਗ, ਜੰਡ ਦਾ ਰੁੱਖ ਅਤੇ ਸੱਗੀ ਦਾ ਗਹਿਣਾ ਪੰਜਾਬੀ ਰਹਿਣ ਸਹਿਣ ਦਾ ਅੰਗ ਰਹੇ ਹਨ। ਇਹ ਪੰਜਾਬੀਆਂ ਦੀ ਇੱਕ ਅਨੋਖੀ ਪਹਿਚਾਣ ਸੀ ਵੀ ਪੰਜਾਬ ਵਿੱਚ ਜਾਓ ਜੰਡ ਦਾ ਦਰਖਤ ਬਹੁਤ ਮਿਲਦਾ ਹੈ, ਔਰਤਾਂ ਦੇ ਸੱਗੀ ਫੁੱਲ ਪਾਇਆ ਹੁੰਦਾ ਹੈ ਅਤੇ ਖਾਣ ਲਈ ਸਰੋਂ ਦਾ ਸਾਗ ਹਰੇਕ ਘਰ ਦੇ ਵਿੱਚ ਤਕਰੀਬਨ ਮਿਲਦਾ ਹੀ ਹੈ। ਪਰ ਹੌਲੀ ਹੌਲੀ ਸਾਡਾ ਇਹ ਵਿਰਸਾ ਸਾਡੇ ਤੋਂ ਅਲੋਪ ਹੋ ਰਿਹਾ ਹੈ। ਅੱਜ ਦੇ ਬੱਚੇ ਇਹਨਾਂ ਤੋਂ ਬਿਲਕੁਲ ਜਾਣੂ ਨਹੀਂ ਹਨ, ਵਿਸ਼ੇਸ਼ ਤੌਰ 'ਤੇ ਜੰਡ ਦੇ ਰੁੱਖ ਅਤੇ ਸੱਗੀ ਗਹਿਣੇ ਬਾਰੇ। ਦੇਖੋ, ਸਰੋਂ ਦੇ ਸਾਗ ਬਾਰੇ ਤਾਂ ਹਲੇ ਵੀ ਬੱਚੇ ਅੱਜ ਕੱਲ੍ਹ ਜਾਣਦੇ ਹੈ, ਪਰੰਤੂ ਜੰਡ ਦੇ ਰੁੱਖ ਅਤੇ ਸੱਗੀ ਗਹਿਣੇ ਬਾਰੇ ਜੇ ਕਿਸੇ ਨਾਲ ਗੱਲ ਕਰ ਲਓ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਕਿਹੜਾ ਰੁੱਖ ਹੈ ਅਤੇ ਕਿਹੜਾ ਗਹਿਣਾ ਹੈ। ਹਾਂ, ਸਾਗ ਬਾਰੇ ਜ਼ਰੂਰ ਉਹਨਾਂ ਨੇ ਸੁਣਿਆ ਹੋਇਆ ਹੈ, ਜੋ ਅੱਜ ਕੱਲ੍ਹ ਜਿਹੜਾ ਹੈ ਬਾਜ਼ਾਰ ਵਿੱਚ ਡੱਬੇ ਬੰਦ ਪੈਕਿੰਗਾਂ ਵਿੱਚ ਮਿਲ ਰਿਹਾ ਹੈ। ਜੇ ਘਰੇ ਬਣਾਓ, ਪਹਿਲੀ ਗੱਲ ਤਾਂ ਬੱਚੇ ਖਾਂਦੇ ਨਹੀਂ, ਕਿਉਂਕਿ ਜੰਕ ਫੂਡ ਜ਼ਿਆਦਾ ਖਾਣ ਲੱਗ ਗਏ ਹਨ, ਤਾਂ ਉਹਨਾਂ ਨੂੰ ਉਹਨਾਂ ਦੀ ਸਾਗ ਦੀ ਪੌਸ਼ਟਿਕਤਾ ਬਾਰੇ ਹੀ ਪਤਾ ਨਹੀਂ। ਬਾਕੀ ਜਿਹੜੇ ਅੱਜ ਕੱਲ੍ਹ ਸਾਗ ਬਣਾਉਣ ਦੇ ਜਿਹੜੇ ਢੰਗ ਹੈ ਉਹ ਬਦਲ ਗਏ ਹਨ, ਜਿਸ ਕਾਰਨ ਸਾਗ ਦੇ ਵਿੱਚ ਜਿਹੜੀ ਪੌਸ਼ਟਿਕਤਾ ਹੁੰਦੀ ਸੀ, ਅੱਗੇ ਆਇਰਨ ਮਿਲਦਾ ਸੀ, ਉਹ ਬਿਲਕੁਲ ਖਤਮ ਹੋ ਗਿਆ ਹੈ। ਬਹੁਤ ਘੱਟ ਸ਼ਹਿਰੀ ਔਰਤਾਂ ਨੂੰ ਸਾਗ ਬਣਾਉਣਾ ਆਉਂਦਾ ਹੈ। ਜੰਡ ਦਾ ਰੁੱਖ ਅਤੇ ਜਿਹੜਾ ਸੱਗੀ ਗਹਿਣਾ, ਸਾਡਾ ਪੁਰਾਤਨ ਗਹਿਣਾ, ਸਾਡੀ ਨਵੀਂ ਪੀੜ੍ਹੀ ਤੋਂ, ਨਵੀਂ ਪੀੜ੍ਹੀ ਮਤਲਬ ਜਿਹੜੀ ਅੱਜ ਵਾਲੀ ਪੀੜ੍ਹੀ ਹੈ ਉਹਦੇ ਤੋਂ ਬਹੁਤ ਦੂਰ ਚਲੇ ਗਏ ਹਨ। ਅੱਜ ਦੀਆਂ ਔਰਤਾਂ ਨੂੰ ਇਹ ਵੀ ਨਹੀਂ ਪਤਾ ਸੱਗੀ ਕਹਿੰਦੇ ਕਿਹਨੂੰ ਹਨ। ਲੇਖਕ ਨੇ ਇਹਨਾਂ ਇਤਿਹਾਸਿਕ, ਸਮਾਜਿਕ ਮਹੱਤਵ ਅਤੇ ਗੁਣਾਂ ਦੀ ਜਾਣਕਾਰੀ ਦੇ ਕੇ ਇਹਨਾਂ ਦੀ ਅਹਿਮੀਅਤ ਦਾ ਅਹਿਸਾਸ ਕਰਾਇਆ ਹੈ ਕਿ ਇਹ ਸਾਡਾ ਇੱਕ ਬਹੁਤ ਮਸ਼ਹੂਰ ਪੰਜਾਬੀ ਵਿਰਸਾ ਸੀ, ਜਿਹੜਾ ਕਿ ਅੱਜ ਦੀ ਪੀੜ੍ਹੀ ਤੋਂ ਬਿਲਕੁਲ ਦੂਰ ਹੁੰਦਾ ਜਾ ਰਿਹਾ ਹੈ। ਅਤੇ ਇਸ ਪਾਠ ਵਿੱਚ ਇਹਨਾਂ 3 ਚੀਜ਼ਾਂ ਦਾ ਜ਼ਿਕਰ ਕਰਕੇ ਸਾਨੂੰ ਉਹਨਾਂ ਦੀ ਖਾਸੀਅਤ ਦਾ ਜ਼ਿਕਰ ਕਰਾਇਆ, ਅਹਿਸਾਸ ਕਰਾਇਆ ਵੀ ਪਹਿਲਾਂ ਪੰਜਾਬ ਦੇ ਵਿੱਚ ਇਹਨਾਂ ਦੀ ਕਿੰਨੀ ਜ਼ਿਆਦਾ ਅਹਿਮੀਅਤ ਹੁੰਦੀ ਸੀ। ਲੇਖਕ ਦਾ ਮੰਤਵ ਸਾਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਤੋਂ ਹੈ, ਵੀ ਅਸੀਂ ਆਪਣੇ ਪੰਜਾਬੀ ਵਿਰਸੇ ਬਾਰੇ ਕਮ ਸੇ ਕਮ, ਜਿਸੇ ਉਹਨੂੰ ਪਾ ਨਹੀਂ ਸਕਦੇ, ਸਾਨੂੰ ਪਤਾ ਹੋਣਾ ਚਾਹੀਦਾ ਵੀ ਸਾਡਾ ਪੰਜਾਬੀ ਵਿਰਸਾ ਕਿਸ ਚੀਜ਼ ਦੇ ਨਾਲ ਜੁੜਿਆ ਹੋਇਆ ਸੀ, ਕਿੰਨੇ ਰੀਤੀ ਰਿਵਾਜਾਂ ਦੇ ਨਾਲ ਸੀ। ਉਪਰੋਕਤ ਸਭ ਵਿਸ਼ਿਆਂ ਦੇ ਅਖੀਰ ਵਿੱਚ ਉਹ ਇਹਨਾਂ ਦੀ ਘਾਟ ਉੱਪਰ ਚਿੰਤਾ ਪ੍ਰਗਟ ਕਰਦਾ ਹੈ ਵੀ ਅੱਜ ਇਹ ਚੀਜ਼ਾਂ ਖਤਮ ਹੁੰਦੀਆਂ ਜਾਂਦੀਆਂ। ਜਿਸ ਤਰ੍ਹਾਂ ਜੰਡ ਦਾ ਦਰਖਤ ਹੁਣ ਕਿਤੇ ਮਿਲਦਾ ਹੀ ਨਹੀਂ। ਕੋਈ ਵੀ ਔਰਤ, ਕੋਈ ਵੀ ਵਿਆਹੀ ਹੋਈ ਔਰਤ ਬਿਲਕੁਲ ਵੀ ਸੱਗੀ ਦਾ ਫੁੱਲ ਕਿਸੇ ਨੂੰ ਪਤਾ ਹੀ ਨਹੀਂ, ਅਤੇ ਜੇ ਕਿਸੇ ਨੂੰ ਪਤਾ ਹੈ ਤਾਂ ਉਹ ਇਸ ਨੂੰ ਪਾਉਣਾ ਆਪਦੀ ਸ਼ਾਨ ਦੇ ਖਿਲਾਫ ਸਮਝਦਾ ਹੈ। ਅੱਜ ਕੱਲ੍ਹ ਤਾਂ ਜਿਹੜੇ ਸਿਰਫ ਸੱਗੀ ਦਾ ਫੁੱਲ ਕਦੋਂ ਦੇਖਣ ਨੂੰ ਮਿਲਦਾ, ਜਦੋਂ ਬੱਚੇ ਸਟੇਜ ਉੱਤੇ ਗਿੱਧਾ ਪਾਉਂਦੀਆਂ ਹਨ, ਗਿੱਧਾ ਪਾਉਂਦੀਆਂ ਕੁੜੀਆਂ, ਉਦੋਂ ਉਹ ਨਕਲੀ ਸੱਗੀ ਦਾ ਫੁੱਲ ਸਿਰ 'ਤੇ ਲਗਾਉਂਦੀਆਂ ਹਨ। ਲੇਖਕ ਸਾਨੂੰ ਸੁਚੇਤ ਕਰਦਾ ਹੈ ਕਿ ਹੁਣ ਅਸੀਂ ਇਹ ਜਿਹੜਾ ਸਾਗ ਖਾਣਾ ਛੱਡ ਰਹੇ ਹਾਂ। ਸਾਗ ਖਾਣਾ ਕਿ ਹਲੇ ਜਿਹੜੇ ਵੱਡੇ ਲੋਕ ਹੈ ਉਹ ਤਾਂ ਹਲੇ ਵੀ ਸਾਗ ਖਾ ਰਹੇ, ਪਰੰਤੂ ਅੱਜ ਬੱਚਿਆਂ ਨੂੰ ਸਾਗ ਦੇ ਦਿਓ ਤਾਂ ਉਹ ਨੱਕ ਮਰੋੜਦੇ ਹਨ, ਤਾਂ ਕਹਿੰਦੇ ਹਨ ਕਿ ਇਹ ਅਸੀਂ ਖਾਣਾ ਨਹੀਂ ਖਾਣਾ। ਜੰਡ ਦਾ ਰੁੱਖ ਲਗਭਗ ਖਤਮ ਹੋਣ ਵਾਲਾ ਹੀ ਹੈ ਅਤੇ ਸੱਗੀ ਦਾ ਗਹਿਣਾ ਅੱਜ ਕੱਲ੍ਹ ਕੋਈ ਨਹੀਂ ਪਾਉਂਦਾ। ਸੱਗੀ ਸਿਰਫ ਸਾਨੂੰ ਕਿੱਥੇ ਮਿਲਦੀ ਹੈ? ਗਿੱਧਾ ਪਾਉਣ ਵਾਲੀਆਂ ਮੁਟਿਆਰਾਂ ਤੱਕ ਹੀ ਸੀਮਤ ਰਹਿ ਗਿਆ ਹੈ। ਸੱਗੀ ਦਾ ਫੁੱਲ ਜਿਹੜਾ ਹੈ, ਜਦੋਂ ਗਿੱਧਾ ਪੈਣਾ ਹੁੰਦਾ ਕੋਈ ਸਟੇਜਾਂ 'ਤੇ, ਤਾਂ ਉਸ ਵੇਲੇ ਮੁਟਿਆਰਾਂ ਬਾਜ਼ਾਰੋਂ ਖਰੀਦ ਕੇ ਕਿਰਾਏ 'ਤੇ ਲੈ ਕੇ ਇੱਕ ਪ੍ਰਦਰਸ਼ਨ ਕਰਦੀਆਂ ਹਨ ਕਿ ਇਹ ਵੀ ਇੱਕ ਚੀਜ਼ ਹੁੰਦੀ ਸੀ। ਇਸ ਲਈ ਸਾਨੂੰ ਆਪਣੇ ਸੱਭਿਆਚਾਰ ਨਾਲ ਜੁੜ ਕੇ ਇਹਨਾਂ ਅਲੋਪ ਹੋ ਰਹੀਆਂ ਚੀਜ਼ਾਂ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ। ਦੇਖੋ, ਹੁਣ ਇੱਥੇ ਤੁਹਾਨੂੰ ਦਿਖਾਉਂਦੀ ਹਾਂ, ਔਰਤ ਹੈ ਉਹ ਸਾਗ ਬਣਾ ਰਹੀ ਹੈ, ਅਤੇ ਇਹਦੇ ਵਿੱਚ ਆਪਾਂ ਨੂੰ ਪਹਿਚਾਣ ਆਉਂਦੀ ਹੈਗੀ ਹੈ ਵੀ ਇਹਨਾਂ ਵਿੱਚੋਂ ਵਿਆਹੀ ਹੋਈ ਔਰਤ ਕਿਹੜੀ ਹੈ। ਵਿਆਹੀ ਹੋਈ ਜਿਹਦੇ ਉੱਪਰ ਸੱਗੀ ਦਾ ਫੁੱਲ ਹੈ ਅਤੇ ਉਸ 'ਤੇ ਚੂੜਾ ਪਾਇਆ ਹੋਇਆ ਹੈ, ਅਤੇ ਉਹ ਕੀ ਹੈ? ਇੱਕ ਵਿਆਹੀ ਹੋਈ ਔਰਤ ਹੈ। ਇਹ ਇੱਥੋਂ ਪਹਿਚਾਣ ਆ ਜਾਂਦੀ ਸੀ ਵੀ ਕੁਆਰੀ ਕੁੜੀ ਅਤੇ ਵਿਆਹੀ ਕੁੜੀ। ਅੱਜ ਦੇ ਜ਼ਮਾਨੇ ਦੇ ਵਿੱਚ 2 ਜਣੇ ਬੈਠੇ ਹੋਣ ਤਾਂ ਇਹੀ ਨਹੀਂ ਪਤਾ ਚੱਲਦਾ ਵੀ ਇਹਨਾਂ 'ਚੋਂ ਵਿਆਹੀ ਕਿਹੜੀ ਹੈ ਅਤੇ ਕੁਆਰੀ ਕਿਹੜੀ ਹੈ। ਅੱਗੇ ਗਹਿਣਿਆਂ ਤੋਂ ਪਹਿਚਾਣ ਆ ਜਾਂਦੀ ਸੀ ਕਿ ਜਿਸ ਔਰਤ ਦੇ ਇਹ ਪਾਇਆ ਹੋਇਆ, ਕਿਉਂਕਿ ਇਹ ਸਿਰਫ ਵਿਆਹੀਆਂ ਹੋਈਆਂ ਔਰਤਾਂ ਹੀ ਸੱਗੀ ਫੁੱਲ ਪਾਉਂਦੀਆਂ ਸਨ। ਅਤੇ ਪਰੰਤੂ ਅੱਜ ਸਾਨੂੰ ਜਿਹੜਾ ਹੈ, ਅੱਜ ਆਪਣੇ ਸਾਡੇ ਪੰਜਾਬੀ ਵਿਰਸੇ ਨੂੰ, ਇਹਦੇ ਮਹੱਤਵ ਨੂੰ ਸਮਝਦੇ ਹੋਏ ਸਾਨੂੰ ਇਸ ਦੇ ਨਾਲ ਜੁੜਨਾ ਚਾਹੀਦਾ ਹੈ। ਵੱਧ ਤੋਂ ਵੱਧ ਪੁਰਾਤਨ ਪੰਜਾਬੀ ਦੀਆਂ ਚੀਜ਼ਾਂ ਨੂੰ, ਸਾਨੂੰ ਪੱਛਮੀ ਸੱਭਿਅਤਾ ਨੂੰ ਛੱਡ ਕੇ ਅਤੇ ਆਪਣੇ ਵਿਰਸੇ ਦੇ ਨਾਲ
ਜੋੜਨ ਦਾ ਇਸ ਵਿੱਚ ਪਾਠ ਦੇ ਵਿੱਚ ਜਿਹੜਾ ਲੇਖਕ ਨੇ ਯਤਨ ਕੀਤਾ ਹੈ, ਤਾਂ ਕਿ ਅੱਜ ਦੇ ਜਿਹੜੇ ਬੱਚੇ ਹੈ ਉਹ ਪੰਜਾਬੀ ਵਿਰਸੇ ਤੋਂ ਜਾਣੂ ਹੋ ਸਕਣ। ਤੁਸੀਂ ਇਹਨਾਂ ਪਾਠ ਜਿਹੜੇ ਹੈਗੇ ਆ ਪੰਜਾਬੀ ਵਿਰਸਾ ਦੀਆਂ 3 ਚੀਜ਼ਾਂ, ਸੱਗੀ ਫੁੱਲ, ਜੰਡ ਦਾ ਦਰਖਤ ਅਤੇ ਸਰੋਂ ਦਾ ਸਾਗ, ਇਹਨਾਂ ਬਾਰੇ ਬੁੱਕ ਦੇ ਵਿੱਚੋਂ ਚੰਗੀ ਤਰ੍ਹਾਂ ਫੇਰ ਇਸ ਦੀ ਰੀਡਿੰਗ ਕਰਨੀ ਹੈ ਅਤੇ ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ, ਜ਼ਰੂਰੀ ਨਹੀਂ ਵੀ ਜੋ ਪਿੱਛੇ ਦਿੱਤੇ ਹੁੰਦੇ ਹਨ ਪਾਠ ਪੁਸਤਕ ਦੇ ਆਧਾਰ ਜਿਹੜੇ ਹੈ ਪ੍ਰਸ਼ਨ ਉੱਤਰ ਉਹ ਆਪਾਂ ਯਾਦ ਕਰ ਲਏ। ਸਾਰੇ ਚੈਪਟਰ ਦੇ ਵਿੱਚੋਂ ਕਿਤੋਂ ਵੀ ਕੋਈ ਵੀ ਕੁਐਸਚਨ ਤੁਹਾਨੂੰ ਬਣ ਕੇ ਆ ਸਕਦਾ ਹੈ। ਤੁਸੀਂ ਇੱਕ ਇੱਕ ਲਾਈਨ ਨੂੰ, ਇੱਕ ਇੱਕ ਅੱਖਰ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਹੈ ਅਤੇ ਫਿਰ ਇਸ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਜਿਹੜੇ ਹੈ ਉਹ ਆਪਾਂ ਅਗਲੀ ਜਮਾਤ ਵਿੱਚ ਕਰਾਂਗੇ। ਹੁਣ ਦੇਖੋ ਇਹਨਾਂ ਵਿੱਚ ਔਖੇ ਸ਼ਬਦਾਂ ਦੇ ਅਰਥ ਪਤਾ ਹੋਣਾ ਚਾਹੀਦਾ। ਗੰਦਲ, ਗੰਦਲ ਕਿਹਨੂੰ ਕਹਿੰਦੇ ਆ? ਸਰੋਂ ਦੇ ਬੂਟੇ ਦੀ ਮੋਟੀ ਡੰਡੀ। ਜਦ ਸਰੋਂ ਦਾ ਸਾਗ ਲੱਗਦਾ ਹੈ ਉਹਦੀ ਜਿਹੜੀ ਡੰਡੀ ਹੁੰਦੀ ਹੈ, ਹੁਣ ਜਿਵੇਂ ਆਪਾਂ ਧਨੀਆ ਲਿਆਉਂਦੇ ਉਹਦੀ ਡੰਡੀ ਪਤਲੀ ਹੁੰਦੀ ਹੈ, ਪਰੰਤੂ ਜਿਹੜਾ ਸਰੋਂ ਦਾ ਸਾਗ ਹੁੰਦਾ ਉਹਦੀ ਡੰਡੀ ਹੁੰਦੀ ਹੈ ਮੋਟੀ ਹੁੰਦੀ ਹੈ, ਉਹਨੂੰ ਕੀ ਕਹਿੰਦੇ ਆ? ਗੰਦਲ। ਚੀਰਨਾ, ਕੱਟਣਾ। ਤੋੜੀ, ਤੋੜੀ ਕੀ ਹੁੰਦੀ ਹੈ? ਮਿੱਟੀ ਦਾ ਭਾਂਡਾ ਜਿਸ ਵਿੱਚ ਪਹਿਲਾਂ ਸਾਗ ਸਬਜ਼ੀਆਂ ਵਗੈਰਾ ਬਣਾਈ। ਅੱਜ ਕੱਲ੍ਹ ਤਾਂ ਹੁਣ ਐਲੂਮੀਨੀਅਮ ਦੇ ਬਰਤਨ ਹੈ ਜਿਹੜੇ ਕਿ ਸਾਡੇ ਸਰੀਰ ਲਈ ਜ਼ਹਿਰ ਹਨ। ਅੱਗੇ ਮਿੱਟੀ ਦੇ ਭਾਂਡੇ ਵਿੱਚ ਖਾਣਾ ਬਣਾਉਂਦੇ ਸੀ ਜਿਸ ਨੂੰ ਕੀ ਕਹਿੰਦੇ ਸੀ? ਤੋੜੀ। ਗੁੱਲ, ਗੁੱਲ ਕਿਹਨੂੰ ਕਹਿੰਦੇ? ਪਹਿਲਾਂ ਵੀ ਮੈਂ ਦੱਸਿਆ ਸੀ, ਛੱਲੀ ਖਾਣ ਤੋਂ ਬਾਅਦ ਜਾਂ ਦਾਣੇ ਲਾਉਣ ਤੋਂ, ਛੱਲੀ ਨਹੀਂ ਹੁੰਦੀ, ਛੱਲੀ ਖਾਣ ਤੋਂ ਬਾਅਦ ਜਾਂ ਦਾਣੇ ਲਾਉਣ ਤੋਂ ਬਾਅਦ ਜਿਹੜਾ ਬਾਕੀ ਬਚਿਆ ਹਿੱਸਾ ਉਹਨੂੰ ਕੀ ਕਹਿੰਦੇ ਆ? ਗੁੱਲ। ਉਹ ਅੱਗ ਵਿੱਚ ਬਾਲਿਆ ਜਾਂਦਾ ਸੀ, ਉਹ ਅੱਗ ਬਾਲਣ ਦੇ ਕੰਮ ਆਉਂਦਾ ਸੀ। ਪਤੀਲਾ, ਇਹ ਵੀ ਇੱਕ ਭਾਂਡਾ ਹੁੰਦਾ। ਪਾਲਕ ਇੱਕ ਸਬਜ਼ੀ ਦਾ ਨਾਮ ਹੈ। ਅੱਲਣ, ਅੱਲਣ ਕਿਹਨੂੰ ਕਹਿੰਦੇ ਆ? ਸਾਗ ਨੂੰ ਪਕਾਉਣ ਤੋਂ ਬਾਅਦ ਜਿਹੜਾ ਮਿੱਟੀ ਦਾ ਆਟਾ ਪਾਇਆ ਜਾਂਦਾ, ਮਿੱਟੀ ਦਾ ਪਾਇਆ ਹੋਇਆ ਆਟਾ ਉਹਨੂੰ ਕੀ ਕਹਿੰਦੇ? ਅੱਲਣ। ਮਿੱਟੀ ਜਾਂ ਮੱਕੀ ਜਾਂ ਵੇਸਣ ਦਾ ਜਿਹੜਾ ਵੀ ਹੁੰਦਾ ਉਹ ਆਟਾ ਪਾਇਆ ਜਾਂਦਾ, ਮੱਕੀ ਦਾ ਆਟਾ ਜਾਂ ਵੇਸਣ, ਇਹਨੂੰ ਕੀ ਕਹਿੰਦੇ ਆ? ਅੱਲਣ। ਇਸਤਰੀਆਂ, ਔਰਤਾਂ ਹੋ ਗਈਆਂ। ਕੁੱਕਰ ਦਾ ਵੀ ਸਭ ਬੱਚਿਆਂ ਨੂੰ ਪਤਾ ਹੀ ਹੈ। ਭਰਮਾਰ, ਕਿਸੇ ਚੀਜ਼ ਦੀ ਬਹੁਤ ਜ਼ਿਆਦਾ ਮਾਤਰਾ ਵਿੱਚ ਹੋਣਾ। ਖੋਲ, ਖੋਲ ਮਤਲਬ ਮੋਰੀਆਂ, ਕਿਸੇ ਚੀਜ਼ 'ਚ ਕੋਈ ਮੋਰੀ ਹੋਣਾ ਜਾਂ ਸੁਰਾਗ ਆਪਾਂ ਕਹਿੰਦੇ ਖੋਲ ਹੋਇਆ ਪਿਆ। ਏਰੀਆ, ਇਲਾਕਾ। ਸੱਗੀ ਕੀ ਹੈ? ਇੱਕ ਗਹਿਣਾ। ਮੁੱਦੀ ਕੀ ਹੈ? ਪੁੱਠੀ ਹੋਣਾ। ਲੁੰਬੀ ਮਤਲਬ ਕੀ ਹੈ? ਫੁੰਮਣ, ਉੱਪਰ ਫੁੰਮਣ ਟੰਗੇ ਹੋਣੇ। ਕੁੰਡਾ, ਕੁੰਡਾ ਮਤਲਬ ਬੰਦ ਹੋਣਾ, ਬੰਦ ਕਰਨ ਵਾਲਾ ਯੰਤਰ। ਕਤਲ, ਮਾਰ ਦੇਣਾ। ਥੋੜ੍ਹੇ ਥੋੜ੍ਹੇ ਅੱਖਰਾਂ ਜਿਹੜੇ ਜ਼ਿਆਦਾ ਔਖੇ ਆ। ਪਾਥੀਆਂ ਕੀ ਹੈ? ਜਿਸ ਤਰ੍ਹਾਂ ਬੱਚੇ ਨੂੰ ਪਤਾ ਹੀ ਹੋਣਾ, ਪਸ਼ੂਆਂ ਦੇ ਗੋਹੇ ਤੋਂ ਬਣਾਇਆ ਜਾ ਬਾਲਣ। ਇਹ ਚੀਜ਼ਾਂ ਤੁਸੀਂ ਚੰਗੀ ਤਰ੍ਹਾਂ ਚੈਪਟਰ ਨੂੰ ਪੜ੍ਹਨਾ। ਔਖੇ ਸ਼ਬਦਾਂ ਦੇ ਅਰਥ ਮੈਂ ਤੁਹਾਨੂੰ ਸਮਝਾਤੇ। ਕੋਈ ਵੀ ਚੀਜ਼ ਇਹਦੇ ਚੌਖਾ ਨਹੀਂ, ਇਹਨੂੰ ਧਿਆਨ ਨਾਲ ਪੜ੍ਹੋ, ਫਿਰ ਇਸ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਆਪਾਂ ਅਗਲੀ ਕਲਾਸ ਵਿੱਚ ਕਰਾਂਗੇ। ਧੰਨਵਾਦ ਬੇਟੇ।